हे गाइस की वीडियो ਦੇ ਵਿੱਚ ਅਸੀਂ ਲੈ ਕੇ ਆਏ ਹਾਂ ਲਿਬਰਟੀ ਐਂਡ ਡਿਸਪਲਿਨ ਜੋ ਕਿ ਇਹ ਤੁਹਾਡਾ ਚੈप्टर नंबर 4 ਉਸ ਦੇ ਲੌਂਗ ਆਨਸਰ ਟਾਈਪ ਕੁਐਸਚਨਸ। ਤੁਹਾਡਾ ਪਹਿਲਾ ਕੁਐਸਚਨ ਹੈ ਹਾਊ ਡਸ ਹਿਸਟਰੀ ਟੀਚ ਅਸ ਦ ਨੀਡ ਆਫ ਅ ਡਿਸਪਲਿਨ ਲਿਵਿੰਗ, ਐਕਸਪਲੇਨ। ਇਤਿਹਾਸ ਤਾਂ ਸਾਨੂੰ ਕਿਵੇਂ ਪਤਾ ਚੱਲਦਾ ਹੈ, ਜਾਂ ਇਤਿਹਾਸ ਸਾਨੂੰ ਕਿਵੇਂ ਸਿਖਾਉਂਦਾ ਹੈ ਕਿ ਅਨੁਸ਼ਾਸਨ ਦਾ ਜਿਹੜਾ ਅਨੁਸ਼ਾਸਨ ਜਿਹੜੀ ਹੈ ਉਹ ਸਾਡੀ ਲਾਈਫ ਵਿੱਚ ਕੀ ਮੈਟਰ ਕਰਦਾ ਹੈ, ਕਿ ਸਾਨੂੰ ਸਾਡੀ ਲਾਈਫ ਦੇ ਵਿੱਚ ਅਨੁਸ਼ਾਸਨ ਦੀ ਕੀ ਲੋੜ ਹੈ, ਸਾਨੂੰ ਇਤਿਹਾਸ ਤੋਂ ਕਿਵੇਂ ਸਿੱਖਣ ਨੂੰ ਮਿਲਦਾ, ਉਸ ਨੂੰ ਆਪਾਂ ਐਕਸਪਲੇਨ ਕਰਨਾ ਸਿੰਪਲ। ਆਨਸਰ ਦੇਖਦੇ ਹਾਂ। ਆਨਸਰ ਵਿੱਚ ਕਿਹਾ ਜਾਂਦਾ ਹੈ ਹਿਸਟਰੀ ਟੀਚਿਸ ਦੈਟ whenever the sense of order or discipline fades in a nation, its economic life declines completely, its standard of living falls, and its security vanishes. Then the nation goes into the hands of that some more powerful military power or a dictator. In short, any nation without discipline surely goes to the dogs, and no work or progress is possible without the disciplined living. Rather, there is a bound to be confusion, disorder, or chaos. Modern man lives in a complex communities in which every person is dependent on others, so discipline is unavoidable for a modern man. ਇਤਿਹਾਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਦੋਂ ਵੀ ਕਿਸੇ ਰਾਸ਼ਟਰ ਵਿੱਚ ਵਿਵਸਥਾ ਜਾਂ ਅਨੁਸ਼ਾਸਨ ਦੀ ਭਾਵਨਾ ਲੋਪ ਹੋ ਜਾਂਦੀ ਹੈ ਤਾਂ ਇਸ ਦੇ ਆਰਥਿਕ ਜੀਵਨ ਦਾ ਪੂਰੀ ਤਰ੍ਹਾਂ ਪਤਨ ਹੋ ਜਾਂਦਾ ਹੈ, ਇਸ ਦਾ ਜੀਵਨ ਪੱਧਰ ਡਿੱਗ ਜਾਂਦਾ ਹੈ ਅਤੇ ਇਸ ਦੀ ਜਿਹੜੀ ਸਿਕਿਉਰਿਟੀ ਹੈ ਉਹ ਗਾਇਬ ਹੋ ਜਾਂਦੀ ਹੈ। ਫਿਰ ਉਹ ਜਿਹੜਾ ਰਾਸ਼ਟਰ ਹੈ, ਉਹ ਜਿਹੜਾ ਦੇਸ਼ ਹੈ, ਜਾਂ ਤਾਂ ਕਿਸੇ ਤਾਕਤਵਰ ਲੜਾਕੂ ਸ਼ਕਤੀ ਦੇ ਹੱਥ ਵਿੱਚ ਚਲਾ ਜਾਂਦਾ ਹੈ ਜਾਂ ਫਿਰ ਕਿਸੇ ਤਾਨਾਸ਼ਾਹ ਦੇ ਹੱਥਾਂ ਵਿੱਚ। ਐਗਜ਼ਾਮਪਲ ਹੀ ਆਪਾਂ ਵੇਖ ਲਈਏ, ਜਦੋਂ ਇੰਡੀਆ ਆਜ਼ਾਦ ਨਹੀਂ ਸੀ ਹੈਗਾ, ਬ੍ਰਿਟਿਸ਼ਰਸ ਤੋਂ ਆਉਣ ਤੋਂ ਪਹਿਲੇ ਵੇਖ ਲਈਏ, ਭਾਰਤ ਦੇ ਕਿਸੇ ਕੋਨੇ ਵਿੱਚ ਮੁਗਲ ਰਾਜ ਕਰਦੇ ਪਏ ਸੀਗੇ, ਕਿਤੇ ਮਰਾਠਾ ਰਾਜ ਕਰਦੇ ਪਏ ਸੀਗੇ, ਵੱਖਰੇ ਵੱਖਰੇ ਕਿੰਗਸ ਵਗੈਰਾ ਦਾ ਰਾਜ ਸੀਗਾ, ਏਕਤਾ ਨਹੀਂ ਸੀ ਹੈਗੀ। ਉਸ ਟਾਈਮ 'ਤੇ ਕੀ ਹੋਇਆ, ਬ੍ਰਿਟਿਸ਼ਰਸ ਨੇ ਆ ਕੇ, ਵੱਡੀ ਸ਼ਕਤੀ ਨੇ ਆ ਕੇ ਇੰਡੀਆ ਨੂੰ ਕੈਪਚਰ ਕਰ ਲਿਆ, ਇੰਡੀਆ ਉੱਪਰ ਕਬਜ਼ਾ ਕਰ ਲਿਆ। ਉਹੀ ਚੀਜ਼ ਇੱਥੇ ਦੱਸੀ ਗਈ ਕਿ ਉਸ ਟਾਈਮ 'ਤੇ ਇੰਡੀਆ ਵਿੱਚ ਡਿਸਿਪਲਿਨ ਨਹੀਂ ਸੀ ਹੈਗਾ। ਹੁਣ ਇੱਥੇ ਉਸੇ ਤਰੀਕੇ ਨਾਲ ਦੱਸਣ ਦੇ ਕਿ ਜਦੋਂ ਵੀ ਕਿਸੇ ਕੰਟਰੀ ਦੇ ਵਿੱਚ ਡਿਸਿਪਲਿਨ ਖਤਮ ਹੋ ਜਾਂਦਾ ਹੈ ਤਾਂ ਉਸ ਕੰਟਰੀ ਦੇ ਵਿੱਚ ਕੀ ਹੁੰਦਾ ਹੈ, ਕੋਈ ਤਾਨਾਸ਼ਾਹ ਆ ਜਾਂਦਾ ਹੈ ਜਾਂ ਕੋਈ ਹੋਰ ਵੱਡੀ ਲੜਾਕੂ ਕੰਟਰੀ ਆ ਕੇ ਉਸ ਦੇ ਉੱਪਰ ਰਾਜ ਕਰਨਾ ਚਾਲੂ ਕਰ ਦਿੰਦੀ ਹੈ, ਜਿਵੇਂ ਕਿ ਬ੍ਰਿਟਿਸ਼ਰਸ ਨੇ ਆ ਕੇ ਇੰਡੀਆ ਦੇ ਉੱਪਰ ਕਰ ਲਿਆ ਸੀਗਾ। ਫਿਰ 200 ਸਾਲ ਖੇੜਾ ਨਹੀਂ ਸੀ ਛੜਾ ਸਕੇ ਇੰਡੀਆ ਵਾਲੇ ਉਹਨਾਂ ਕੋਲ। ਅੱਗੇ ਕੀ ਕਹਿੰਦੇ ਨੇ, ਅੱਗੇ ਕਹਿੰਦੇ ਨੇ ਇਨ ਸ਼ਾਰਟ ਵਾਲੀ ਜਿਹੜੀ ਲਾਈਨ ਤੋਂ ਉੱਥੇ ਸ਼ੁਰੂ ਕਰਦੇ ਹਾਂ ਹੁਣ। ਸੰਖੇਪ ਵਿੱਚ ਕਿਸੇ ਵੀ ਅਜਿਹੇ ਰਾਸ਼ਟਰ ਦੀ ਦੁਰਦਸ਼ਾ ਹੋਣੀ ਲਾਜ਼ਮੀ ਹੈ ਜਿਸ ਵਿੱਚ ਅਨੁਸ਼ਾਸਨ ਨਾ ਹੋਵੇ, ਅਤੇ ਅਨੁਸ਼ਾਸਿਤ ਜ਼ਿੰਦਗੀ ਦੇ ਬਗੈਰ ਕੋਈ ਵੀ ਕੰਮ ਜਾਂ ਤਰੱਕੀ ਸੰਭਵ ਨਹੀਂ ਹੈ। ਸਗੋਂ ਉੱਥੇ ਅਫਰਾ ਤਫਰੀ, ਅਵਿਵਸਥਾ, ਅਸ਼ਾਂਤੀ ਹੋ ਜਾਂਦੀ ਹੈ। ਆਧੁਨਿਕ ਮਨੁੱਖ ਮਿਸ਼ਰਿਤ ਸਮੁਦਾਵਾਂ ਵਿੱਚ ਰਹਿੰਦਾ ਹੈ ਜਿਨ੍ਹਾਂ ਵਿੱਚ ਹਰ ਇੱਕ ਵਿਅਕਤੀ ਦੂਜਿਆਂ ਉੱਪਰ ਨਿਰਭਰ ਹੈ। ਕੋਈ ਵੀ ਆਪਣਾ ਕੰਮ ਆਪੇ ਨਹੀਂ ਕਰ ਸਕਦਾ। ਸਾਨੂੰ ਸਬਜ਼ੀ ਚਾਹੀਦੀ ਹੈ, ਅਸੀਂ ਫਾਰਮਰ ਉੱਪਰ ਡਿਪੈਂਡ ਹਾਂ। ਸਾਨੂੰ ਮਿਲਕ ਚਾਹੀਦਾ ਹੈ, ਅਸੀਂ ਡੇਅਰੀ ਉੱਪਰ ਡਿਪੈਂਡ ਹਾਂ। ਸਾਨੂੰ ਕੋਈ ਕਲੋਥਸ ਚਾਹੀਦੇ ਨੇ, ਆਪਾਂ ਕਲੋਥਸ ਵਾਲਿਆਂ 'ਤੇ ਡਿਪੈਂਡ ਹਾਂ। ਆਪਾਂ ਹਰ ਇੱਕ ਚੀਜ਼ ਪ੍ਰੋਡਿਊਸ ਨਹੀਂ ਕਰ ਸਕਦੇ। ਆਪਾਂ ਆਪਣੇ ਹਰ ਇੱਕ ਕੰਮ ਵਾਸਤੇ ਦੂਸਰਿਆਂ ਉੱਪਰ ਡਿਪੈਂਡ ਹੈਗੇ ਹਾਂ। ਚਾਹੇ ਕੋਈ ਕੰਪਨੀ ਆਪ ਬਣਾਉਂਦੀ ਹੋਏ ਚੀਜ਼, ਫਿਰ ਵੀ ਉਹ ਡਿਪੈਂਡ ਹੈਗੀ ਕਿਉਂਕਿ ਉਹ ਰੋ ਮਟੀਰੀਅਲ ਖਰੀਦ ਰਹੀ ਹੈ ਕਿਸੇ ਕੋਲ। ਆਪਾਂ ਡਿਪੈਂਡ ਹਾਂ ਦੂਸਰਿਆਂ ਉੱਪਰ, ਤਾਂ ਕਰਕੇ ਡਿਸਿਪਲਿਨ ਸਾਨੂੰ ਜ਼ਰੂਰੀ ਹੈ। ਕਲੀਅਰ। ਮੂਵ ਕਰਦੇ ਹੋ ਨੈਕਸਟ ਕੁਐਸਚਨ 'ਤੇ। ਕੁਐਸਚਨ ਨੰਬਰ 2, what is the relationship between liberty and discipline? ਲਿਬਰਟੀ ਅਤੇ ਡਿਸਿਪਲਿਨ ਵਿੱਚ, ਲਿਬਰਟੀ ਹੁੰਦੀ ਆਜ਼ਾਦੀ ਅਤੇ ਡਿਸਿਪਲਿਨ ਅਨੁਸ਼ਾਸਨ, ਇਹਨਾਂ ਵਿੱਚ ਆਪਸ ਵਿੱਚ ਕੀ ਰਿਸ਼ਤਾ ਹੈ? ਤੁਸੀਂ ਆਹ ਵਾਲੇ ਕੁਐਸਚਨ ਵਿੱਚ ਇਸ ਨੂੰ ਐਕਸਪਲੇਨ ਕਰਨਾ ਹੈ। ਆਨਸਰ ਦੇਖ ਲੈਂਦੇ ਹਾਂ। ਆਨਸਰ ਵਿੱਚ ਕਹਿੰਦੇ ਨੇ ਲਿਬਰਟੀ ਇਜ਼ ਦ ਫਰੀਡਮ ਟੂ ਥਿੰਕ ਵਟ ਵੀ ਲਾਈਕ, ਸੇ ਵਟ ਵੀ ਲਾਈਕ, work at what we like, and go where we like. And discipline is a resistance on liberty. It trains people to obey rules and orders and punish them if they don't do so. Liberty is the birthright of each and every person, but even then it is not personal affair. It is compromise or social contract. If every man was free to do what he liked, there would be chaos everywhere. So discipline is very necessary in every field of society. It is only discipline that enables men to live in the society and yet retain individual liberty. We can have discipline without liberty, but we cannot have liberty without discipline. लिबर्टी
ਆਜ਼ਾਦੀ, ਉਹ ਸੋਚਣ ਦੀ ਆਜ਼ਾਦੀ ਜੋ ਅਸੀਂ ਸੋਚਣਾ ਚਾਹੁੰਦੇ ਹਾਂ, ਉਹ ਕਹਿਣ ਦੀ ਆਜ਼ਾਦੀ ਜੋ ਅਸੀਂ ਕਹਿਣਾ ਚਾਹੁੰਦੇ ਹਾਂ, ਉਹ ਕੰਮ ਕਰਨ ਦੀ ਆਜ਼ਾਦੀ ਜੋ ਅਸੀਂ ਕਰਨਾ ਚਾਹੁੰਦੇ ਹਾਂ, ਉੱਥੇ ਜਾਣ ਦੀ ਆਜ਼ਾਦੀ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ, ਉਹ ਆਜ਼ਾਦੀਆਂ। ਅਸੀਂ ਵੇਖੀ ਜਦੋਂ ਇੱਥੇ ਜਦੋਂ ਡਿਸਿਪਲਿਨ ਨਹੀਂ ਸੀ ਹੈਗਾ ਇੰਡੀਆ ਦੇ ਵਿੱਚ, ਬ੍ਰਿਟਿਸ਼ਰਸ ਦਾ ਰਾਜ ਆ ਗਿਆ ਸੀਗਾ। ਬ੍ਰਿਟਿਸ਼ਰਸ ਨੇ ਜਗ੍ਹਾ ਜਗ੍ਹਾ ਦੇ ਉੱਪਰ ਇੰਡੀਅਨਸ ਦੇ ਉੱਪਰ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਤੁਸੀਂ ਫਲਾਣੀ ਥਾਂ 'ਤੇ ਕੰਮ ਨਹੀਂ ਕਰ ਸਕਦੇ, ਇੰਡੀਅਨਸ ਨੂੰ ਵੱਡਾ ਰੈਂਕ ਨਹੀਂ ਮਿਲ ਸਕਦਾ, ਇੰਡੀਅਨਸ ਰੋਡ ਦੇ ਉੱਪਰ ਚੱਲ ਨਹੀਂ ਸਕਦੇ, ਟ੍ਰੇਨ ਦੇ ਥੱਲੇ ਬੈਠਣਗੇ, ਸੀਟ ਦੇ ਉੱਪਰ ਬੈਠ ਨਹੀਂ ਸਕਦੇ। ਬਹੁਤ ਹੀ ਤਰ੍ਹਾਂ ਦੇ ਭੇਦਭਾਵ ਜਿਹੜੇ ਸੀਗੇ ਉਹ ਇੰਡੀਅਨਸ ਦੇ ਨਾਲ ਹੋਣੇ ਚਾਲੂ ਹੋ ਗਏ ਸੀਗੇ। ਉਹਨਾਂ ਦੀ ਜਿਹੜੀ ਆਜ਼ਾਦੀ ਸੀਗੀ, ਉਹਨਾਂ ਦੀ ਜਿਹੜੀ ਲਿਬਰਟੀ ਸੀਗੀ, ਉਹ ਖਤਮ ਹੋ ਗਈ ਸੀ, ਕਿਉਂਕਿ ਉਹਨਾਂ ਦਾ ਜਿਹੜਾ ਡਿਸਿਪਲਿਨ ਸੀਗਾ ਉਹ ਪਹਿਲੇ ਤੋਂ ਹੀ ਖਤਮ ਸੀਗਾ। ਇੱਥੇ ਉਹੀ ਰਿਲੇਸ਼ਨ ਨੂੰ ਸਮਝਾਉਂਦੇ ਹੋਏ ਅਸੀਂ ਆਪਣਾ ਆਨਸਰ ਲਿਖਣਾ। ਲਿਬਰਟੀ, ਆਜ਼ਾਦੀ, ਉਹ ਸੋਚਣ ਦੀ ਆਜ਼ਾਦੀ ਜੋ ਅਸੀਂ ਸੋਚਣਾ ਚਾਹੁੰਦੇ ਹਾਂ, ਉਹ ਕਹਿਣ ਦੀ ਆਜ਼ਾਦੀ ਜੋ ਅਸੀਂ ਕਹਿਣਾ ਚਾਹੁੰਦੇ ਹਾਂ, ਉਹ ਕੰਮ ਕਰਨ ਦੀ ਆਜ਼ਾਦੀ ਜੋ ਅਸੀਂ ਕਰਨਾ ਚਾਹੁੰਦੇ ਹਾਂ, ਉੱਥੇ ਜਾਣ ਦੀ ਆਜ਼ਾਦੀ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ। ਅਨੁਸ਼ਾਸਨ ਕੀ ਹੈ? ਡਿਸਿਪਲਿਨ ਕੀ ਹੈ? ਲਿਬਰਟੀ ਦੇ ਉੱਪਰ, ਆਜ਼ਾਦੀ ਦੇ ਉੱਪਰ ਲਗਾਈ ਗਈ ਰੋਕ ਨੂੰ ਅਸੀਂ ਡਿਸਿਪਲਿਨ ਕਹਿ ਸਕਦੇ ਹਾਂ, ਅਨੁਸ਼ਾਸਨ ਕਹਿ ਸਕਦੇ ਹਾਂ। ਅਨੁਸ਼ਾਸਨ ਆਜ਼ਾਦੀ ਉੱਪਰ ਲਗਾਈ ਗਈ ਇੱਕ ਬੰਦਿਸ਼ ਹੈ। ਇਹ ਲੋਕਾਂ ਨੂੰ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਨ ਦੀ ਸਿਖਲਾਈ ਦਿੰਦਾ ਹੈ, ਅਤੇ ਜੇਕਰ ਅਜਿਹਾ ਨਹੀਂ ਕਰਦੇ ਇਸ ਲਈ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਅਤੇ ਲੋਕਾਂ ਨੂੰ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਾਉਣ ਦੀ ਜਿਹੜੀ ਸਿਖਲਾਈ ਹੈ ਉਹ ਆ ਦਿੰਦਾ ਹੈ। ਸੁਤੰਤਰਤਾ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ, ਬਰਥ ਰਾਈਟ ਹੈ, ਪਰ ਫਿਰ ਵੀ ਇਹ ਇੱਕ ਨਿੱਜੀ ਮਾਮਲਾ ਨਹੀਂ ਹੈ। ਇਹ ਇੱਕ ਸਮਾਜਿਕ ਸਮਝੌਤਾ ਜਾਂ ਸਮਾਜਿਕ ਇਕਰਾਰਨਾਮਾ ਹੁੰਦਾ ਹੈ। ਜੇਕਰ ਹਰ ਇੱਕ ਵਿਅਕਤੀ ਉਹੀ ਕਰਨ ਲੱਗੇ ਜੋ ਕਰਨਾ ਚਾਹੁੰਦਾ ਹੈ ਤਾਂ ਹਰ ਇੱਕ ਥਾਂ ਅਰਾਜਕਤਾ ਚੱਲ ਜਾਏਗੀ। ਕੋਈ ਵੀ ਡਿਸਿਪਲਿਨ ਨਾਮ ਦੀ ਅਗਰ ਕੋਈ ਚੀਜ਼ ਨਹੀਂ ਹੋਏਗੀ ਤੇ ਕਪਲਾ ਮਪਲਾ ਹੋਇਆ ਹੋਏਗਾ, ਪੰਜਾਬੀ ਵਿੱਚ ਅਸੀਂ ਕਹਿ ਸਕਦੇ ਹਾਂ। ਕੋਈ ਵੀ ਚੀਜ਼ ਜਿਹੜੀ ਉਹ ਸਹੀ ਨਹੀਂ ਹੋਏਗੀ ਪੂਰੀ ਕੰਟਰੀ ਦੇ ਵਿੱਚ। ਇਸ ਲਈ ਸਮਾਜ ਦੇ ਹਰ ਖੇਤਰ ਵਿੱਚ ਡਿਸਿਪਲਿਨ ਬਹੁਤ ਹੀ ਜ਼ਰੂਰੀ ਹੈ। ਇਹ ਸਿਰਫ ਡਿਸਿਪਲਿਨ ਹੀ ਹੈ ਜੋ ਵਿਅਕਤੀ ਨੂੰ ਸਮਾਜ ਵਿੱਚ, ਸੁਸਾਇਟੀ ਵਿੱਚ ਰਹਿਣ ਅਤੇ ਫਿਰ ਵੀ ਆਪਣੀ ਨਿੱਜੀ ਸੁਤੰਤਰਤਾ ਬਰਕਰਾਰ ਰੱਖਣ ਦੇ ਕਾਬਿਲ ਬਣਾਉਂਦਾ ਹੈ। ਅਸੀਂ ਸੁਤੰਤਰਤਾ ਦੇ ਬਿਨਾਂ ਅਨੁਸ਼ਾਸਨ ਤਾਂ ਹਾਸਿਲ ਕਰ ਸਕਦੇ ਹਾਂ। ਇੰਡੀਪੈਂਡੈਂਸ ਦੇ ਬਿਨਾਂ ਡਿਸਿਪਲਿਨ ਹਾਸਿਲ ਕਰ ਸਕਦੇ ਹਾਂ, ਪਰ ਡਿਸਿਪਲਿਨ ਦੇ ਬਿਨਾਂ ਅਸੀਂ ਆਜ਼ਾਦੀ ਨਹੀਂ ਹਾਸਿਲ ਕਰ ਸਕਦੇ। ਆਪਾਂ ਵੇਖ ਸਕਦੇ ਹਾਂ ਕਿ ਜਦੋਂ ਇੰਡੀਅਨਸ ਨੇ ਆਜ਼ਾਦੀ ਲਿੱਤੀ ਸੀਗੀ ਤੇ ਉਸ ਟਾਈਮ 'ਤੇ ਕੀ ਹੋਇਆ ਸੀਗਾ, ਡਿਸਿਪਲਿਨ ਸੀਗਾ ਉਹਨਾਂ ਦੇ ਵਿੱਚ। ਆਪਾਂ ਵੇਖ ਸਕਦੇ ਹਾਂ ਸੁਭਾਸ਼ ਚੰਦਰ ਬੋਸ ਨੇ ਆਰਮੀ ਬਣਾਈ ਸੀਗੀ ਪੂਰੀ, ਆਰਮੀ ਵਿੱਚ ਡਿਸਿਪਲਿਨ ਸੀਗਾ ਤਾਂ ਹੀ ਆਜ਼ਾਦੀ ਆਪਾਂ ਲੈ ਲਈਏ ਬ੍ਰਿਟਿਸ਼ਰਸ ਕੋ। ਮਹਾਤਮਾ ਗਾਂਧੀ ਵੀ ਡਿਸਿਪਲਿਨ ਵਿੱਚ ਰਹੇ, ਹਰ ਇੱਕ ਜਣਾ ਡਿਸਿਪਲਿਨ ਵਿੱਚ ਰਿਹਾ, ਡਿਸਿਪਲਿਨ ਦੇ ਨਾਲ ਆਪਾਂ ਆਜ਼ਾਦੀ ਪਾ ਲਈ। ਹੁਣ ਕੁਐਸਚਨ ਨੰਬਰ 3 ਵੱਲ ਵੇਖਦੇ ਹਾਂ। ਵਾਟ ਡਸ ਇਨਡਿਸਿਪਲਿਨ ਲੈਡ ਟੂ? ਡਿਸਿਪਲਿਨ ਤੇ ਹੋ ਗਿਆ ਤੁਹਾਡਾ ਅਨੁਸ਼ਾਸਨ, ਤੇ ਜਿੱਥੇ ਹੁਣ ਅਨੁਸ਼ਾਸਨ ਨਹੀਂ ਹੁੰਦਾ ਉੱਥੇ ਕੀ ਹੋ ਜਾਂਦਾ ਹੈ? ਇਸ ਦਾ ਆਨਸਰ ਦੇਖਦੇ ਹਾਂ ਹੁਣ। Indiscipline leads to the confusion and chaos in a society. It creates corruption, lawlessness, and disorder all around. It creates violence also among the people. The evil elements in the society look for excuses to create violence. Security for the poor and the weak vanishes. In short, indiscipline is the root of our moral, social, and national life. And an indisciplined nation surely goes to the dogs. ਜਦੋਂ ਕਿਸੇ ਦੇਸ਼ ਵਿੱਚ ਅਨੁਸ਼ਾਸਨ ਨਹੀਂ ਹੁੰਦਾ ਤਾਂ ਸਮਾਜ ਵਿੱਚ ਅਫਰਾ ਤਫਰੀ ਤੇ ਅਸ਼ਾਂਤੀ ਮਚ ਜਾਂਦੀ। ਹਰ ਪਾਸੇ ਭ੍ਰਿਸ਼ਟਾਚਾਰ, ਅਰਾਜਕਤਾ, ਅਵਿਵਸਥਾ ਫੈਲਦੀ ਜਾਂਦੀ ਹੈ। ਇਹ ਲੋਕਾਂ ਵਿੱਚ ਹਿੰਸਾ ਦੀ ਭਾਵਨਾ ਪੈਦਾ ਕਰਦੀ ਹੈ। ਸਮਾਜ ਵਿੱਚ ਫੈਲੇ ਬੁਰੇ ਜਿਹੜੇ ਅੰਸਰ ਹੁੰਦੇ ਨੇ ਉਹ ਹਿੰਸਾਪੂਰਨ ਕੰਮ ਜਿਹੜੇ ਉਹ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਨੇ। ਗਰੀਬਾਂ ਅਤੇ ਕਮਜ਼ੋਰਾਂ ਦੀ ਜਿਹੜੀ ਸੁਰੱਖਿਆ ਉਹ ਗਾਇਬ ਹੋ ਜਾਂਦੀ ਹੈ। ਸ਼ਾਰਟ ਵਿੱਚ ਦੱਸੀਏ ਤਾਂ ਅਨੁਸ਼ਾਸਨਹੀਨਤਾ ਸਾਡੇ ਨੈਤਿਕ, ਸਮਾਜਿਕ, ਰਾਸ਼ਟਰੀ ਜੀਵਨ ਵਿੱਚ ਜੜ੍ਹਾਂ ਤੱਕ ਨੂੰ ਖਾ ਜਾਂਦੀ ਹੈ ਅਤੇ ਇੱਕ ਅਨੁਸ਼ਾਸਨਹੀਨ ਰਾਸ਼ਟਰ ਨੂੰ ਨਿਸ਼ਚਿਤ ਤੌਰ 'ਤੇ ਦੁਰਦਸ਼ਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕੁਐਸਚਨ ਨੰਬਰ 4, ਹਾਊ ਕੈਨ ਐਨ ਆਫਿਸਰ ਇਨਕਲਕੇਟ ਦਾ ਸੈਂਸ ਆਫ ਡਿਸਿਪਲਿਨ ਇਨ ਹਿਜ਼ ਸਬਆਰਡੀਨੇਟਸ? ਆਪਣੇ ਛੋਟਿਆਂ ਦੇ ਵਿੱਚ ਜਿਹੜੇ ਸਾਡੇ ਅੰਡਰ ਕੰਮ ਕਰਦੇ ਹੁੰਦੇ ਨੇ, ਸਾਡੇ ਅੰਡਰ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਅੰਦਰ ਅਨੁਸ਼ਾਸਨ ਦੀ ਭਾਵਨਾ ਜਗਾਉਣ ਲਈ ਇੱਕ ਅਫਸਰ ਨੂੰ ਕੀ ਕਰਨਾ ਚਾਹੀਦਾ, ਉਹ ਅਸੀਂ ਇਸ ਆਨਸਰ ਦੇ ਵਿੱਚ ਦੱਸਾਂਗੇ, ਇਸ ਕੁਐਸਚਨ ਦੇ ਆਨਸਰ ਵਿੱਚ ਦੱਸਾਂਗੇ। ਆਨਸਰ ਦੇਖ ਲੈਂਦੇ ਹਾਂ। ਇਨ ਆਰਡਰ ਟੂ ਇਨਕਲਕੇਟ ਅ ਸੈਂਸ ਆਫ ਡਿਸਿਪਲਿਨ in his subordinates,
An officer must first realize his own responsibility. He must display high standards of discipline in his own life. Only then can his teachings or his instructions have any effect on his subordinates. In this chapter, the writer tells us that once he acknowledged the salute of a private soldier with an airy wave of his hand, and his colonel punished him for not returning a salute properly. He made the author march in front of the whole battalion and practice before the sergeant major's cane how to return a salute. He said to the writer, discipline begins with the officers. ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਅੰਦਰ ਅਨੁਸ਼ਾਸਨ ਦੀ ਭਾਵਨਾ ਜਗਾਉਣ ਲਈ ਇੱਕ ਆਫੀਸਰ ਨੂੰ ਪਹਿਲਾਂ ਆਪਣੇ ਖੁਦ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਉਸ ਨੂੰ ਖੁਦ ਨੂੰ ਆਪਣੀ ਜ਼ਿੰਦਗੀ ਵਿੱਚ ਅਨੁਸ਼ਾਸਨ ਦੇ ਉੱਚ ਮਾਪਦੰਡਾਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਕੇਵਲ ਤਦ ਹੀ ਉਸ ਦੀ ਸਿੱਖਿਆ ਜਾਂ ਉਸ ਦੇ ਦਿਸ਼ਾ ਨਿਰਦੇਸ਼ ਉਸ ਦੇ ਅਧੀਨ ਕਰਮਚਾਰੀਆਂ ਉੱਪਰ ਕੋਈ ਪ੍ਰਭਾਵ ਪਾ ਸਕਦੇ ਹਨ। ਇਸ ਲੈਸਨ ਦੇ ਵਿੱਚ ਲੇਖਕ ਸਾਨੂੰ ਦੱਸਦਾ ਹੈ ਕਿ ਇੱਕ ਵਾਰ ਉਸਨੇ ਆਪਣੇ ਨਿਚਲੇ ਦਰਜੇ ਦੇ ਇੱਕ ਸੈਨਿਕ ਦੇ ਸਲੂਟ ਦਾ ਜਵਾਬ ਹਵਾ ਵਿੱਚ ਆਪਣਾ ਹੱਥ ਲਹਿਰਾ ਕੇ ਦੇ ਦਿੱਤਾ। ਉਸ ਦੇ ਕਰਨਲ ਨੇ ਉਸ ਨੂੰ ਸਲੂਟ ਦਾ ਜਵਾਬ ਉਚਿਤ ਤਰੀਕੇ ਨਾਲ ਨਾ ਦੇਣ ਲਈ ਸਜ਼ਾ ਦਿੱਤੀ। ਉਸ ਨੇ ਲੇਖਕ ਨੂੰ ਪੂਰੀ ਬਟਾਲੀਅਨ ਦੇ ਸਾਹਮਣੇ ਮਾਰਚ ਕਰਵਾਇਆ ਤੇ ਸਰਜੈਂਟ ਮੇਜਰ ਦੀ ਬੈਂਚ ਦੇ ਅੱਗੇ ਇਸ ਗੱਲ ਦਾ ਅਭਿਆਸ ਕਰਵਾਇਆ ਕਿ ਸਲੂਟ ਦਾ ਜਵਾਬ ਕਿਵੇਂ ਦਿੱਤਾ ਜਾਂਦਾ ਹੈ। ਉਸਨੇ ਲੇਖਕ ਨੂੰ ਕਿਹਾ, ਅਨੁਸ਼ਾਸਨ ਦੀ ਸ਼ੁਰੂਆਤ ਆਫਿਸਰਸ ਤੋਂ ਹੀ ਹੁੰਦੀ ਹੈ, ਅਫਸਰਾਂ ਤੋਂ ਹੀ ਹੁੰਦੀ ਹੈ। ਲਾਸਟ ਕੁਐਸਚਨ ਦੇਖਦੇ ਹਾਂ ਹੁਣ, ਵਾਟ ਆਰ ਦ ਐਡਵਾਂਟੇਜਸ ਆਫ ਡਿਸਿਪਲਿਨ। ਡਿਸਿਪਲਿਨ ਦੇ ਕੀ ਐਡਵਾਂਟੇਜਸ ਨੇ, ਦੇਖਦੇ ਹਾਂ ਹੁਣ ਆਨਸਰ ਨੂੰ। Discipline means training of the mind and character. It does put some checks on our freedom. In fact, it is the foundation of all freedom. It makes man truly free. It enables man to live in the society and retain individual liberty. It brings order in the society. It is only discipline which enables a nation to march on the way of progress. ਅਨੁਸ਼ਾਸਨ ਦਾ ਅਰਥ ਹੈ ਮਨ ਅਤੇ ਚਰਿੱਤਰ ਦੀ ਸਿਖਲਾਈ। ਇਹ ਜਿਹੜੀ ਸਾਡੀ ਸੁਤੰਤਰਤਾ ਹੈ ਉਸ 'ਤੇ ਜ਼ਰੂਰ ਕੁਝ ਪਾਬੰਦੀਆਂ ਲਗਾਉਂਦਾ ਹੈ, ਪਰ ਇਹ ਸਾਡੀ ਨਿੱਜੀ ਸੁਤੰਤਰਤਾ ਦੇ ਵਿੱਚ ਕੋਈ ਕਟੌਤੀ ਨਹੀਂ ਕਰਦਾ। ਅਸਲ ਵਿੱਚ ਇਹ ਸਾਰੀ ਸੁਤੰਤਰਤਾ ਦੀ ਬੁਨਿਆਦ ਹੈ, ਨੀਂਹ ਹੈ। ਇਹ ਮਨੁੱਖ ਨੂੰ ਸਹੀ ਅਰਥਾਂ ਦੇ ਵਿੱਚ ਸੁਤੰਤਰ ਬਣਾਉਂਦਾ ਹੈ। ਇਹ ਮਨੁੱਖ ਨੂੰ ਸਮਾਜ ਵਿੱਚ ਰਹਿਣ ਦੀ ਜਾਚ ਸਿਖਾਉਂਦਾ ਹੈ, ਫਿਰ ਆਪਣੀ ਵਿਅਕਤੀਗਤ ਸੁਤੰਤਰਤਾ ਬਣਾਈ ਰੱਖਣ ਦੇ ਯੋਗ ਬਣਾਉਂਦਾ। ਹੁਣ ਸੁਤੰਤਰਤਾ ਉਹ ਚੀਜ਼ ਨਹੀਂ ਹੈਗੀ ਕਿ ਕਿਸੇ ਨੂੰ ਵੀ ਤੁਸੀਂ ਮਾਪ ਦੋਗੇ ਅਤੇ ਅਸੀਂ ਜੀ ਫਰੀ ਹੈਗੇ ਹਾਂ, ਕਿਸੇ ਨੂੰ ਵੀ ਆਪਾਂ ਜਾਂਦੇ ਨੂੰ ਮਾਰ ਦਈਏ ਜੀ ਅਤੇ ਕੋਈ ਮਤਲਬ ਕਿ ਆਪਾਂ ਫਰੀ ਹਾਂ, ਆਪਾਂ ਕੁਛ ਵੀ ਕਰ ਸਕਦੇ ਹਾਂ। ਫਰੀਡਮ ਉਹ ਨਹੀਂ ਹੈ, ਇੰਡੀਪੈਂਡੈਂਸ ਉਹ ਨਹੀਂ ਹੈ। ਇੰਡੀਪੈਂਡੈਂਸ ਉਹ ਹੈ ਕਿ ਤੁਹਾਡੀ ਵੀ ਵਿੱਚ ਇੰਡੀਪੈਂਡੈਂਸ ਰਹੇ, ਤੁਹਾਡੀ ਵੀ ਫਰੀਡਮ ਰਹੇ ਅਤੇ ਅਗਲੇ ਬੰਦੇ ਦੀ ਵੀ ਫਰੀਡਮ ਰਹੇ। ਦੋਹਾਂ ਬੰਦਿਆਂ ਵਿੱਚ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ, ਜਾਂ ਦੋਹਾਂ ਬੰਦਿਆਂ ਵਿੱਚੋਂ ਕਿਸੇ ਨਾਲ ਵੀ ਗਲਤ ਕੰਮ ਨਾ ਹੋਵੇ, ਉਹ ਫਰੀਡਮ ਹੈ ਦੋਵਾਂ ਲਈ। ਹੁਣ ਆਪਾਂ ਕਹੀਏ ਕਿ ਆਪਾਂ ਕਿਸੇ ਰਾਹ ਜਾਂਦੇ ਤੇ ਅਸੀਂ ਛੁਰਾ ਮਾਪ ਦਈਏ, ਅਤੇ ਆਹ ਸਾਡੀ ਫਰੀਡਮ ਹੈ, ਆਪਾਂ ਛੁਰਾ ਮਾਪਤਾ, ਆਪਾਂ ਜੋ ਮਰਜ਼ੀ ਕਰ ਸਕਦੇ ਹਾਂ। ਡੈਟਸ ਨਾਟ ਫਰੀਡਮ। ਫਰੀਡਮ ਉਹ ਹੈ ਕਿ ਇਹਦੇ ਵਿੱਚ ਤੁਹਾਡੀ ਵੀ ਭਲਾਈ ਹੋਵੇ, ਦੇਸ਼ ਦੀ ਵੀ ਭਲਾਈ ਹੋਵੇ, ਅਤੇ ਅਗਰ ਤੁਸੀਂ ਜਿਹੜੇ ਬੰਦੇ ਨਾਲ ਕੰਮ ਕਰ ਰਹੇ ਹੋ ਉਸ ਦੀ ਵੀ ਭਲਾਈ ਹੋਵੇ। ਅਤੇ ਜਿਹੜੀ ਅਸਲੀ ਅਰਥਾਂ ਦੇ ਵਿੱਚ ਸੁਤੰਤਰਤਾ ਹੈ, ਇਹ ਚੀਜ਼ ਹੈ। ਇਹ ਮਨੁੱਖ ਨੂੰ ਸਮਾਜ ਵਿੱਚ ਰਹਿਣ ਦੀ ਜਾਚ ਸਿਖਾਉਂਦੀ ਹੈ, ਵਿਅਕਤੀਗਤ ਸੁਤੰਤਰਤਾ ਬਣਾਈ ਰੱਖਣ ਦੇ ਯੋਗ ਬਣਾਉਂਦੀ ਹੈ। ਇਹ ਸਮਾਜ ਵਿੱਚ ਵਿਵਸਥਾ ਲਿਆਉਂਦਾ ਹੈ। ਇਹ ਸਿਰਫ ਅਨੁਸ਼ਾਸਨ ਹੀ ਹੈ ਜੋ ਕਿਸੇ ਰਾਸ਼ਟਰ ਨੂੰ ਤਰੱਕੀ ਦੇ ਰਾਹ 'ਤੇ ਲੈ ਜਾਂਦਾ ਹੈ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਪੂਰਾ ਚੈਪਟਰ ਸਮਝ ਆ ਗਿਆ ਹੋਵੇਗਾ, ਕੁਐਸਚਨ ਆਨਸਰ ਸਮਝ ਆ ਗਏ ਹੋਣਗੇ। ਆਹ ਵੀਡੀਓ ਹੁਣ ਅਗਰ ਤੁਸੀਂ ਸਿਰਫ ਲੌਂਗ ਆਨਸਰ ਟਾਈਪ ਕੁਐਸਚਨਸ ਹੀ ਵੇਖੇ ਤਾਂ ਮੈਂ ਤੁਹਾਨੂੰ ਦੱਸਦਾ ਇਸ ਤੋਂ ਪਹਿਲੇ ਮੈਂ ਸ਼ਾਰਟ ਆਨਸਰ ਟਾਈਪ 'ਤੇ ਵੀ ਵੀਡੀਓ ਬਣਾ ਚੁੱਕਾ ਵਾਂ। ਦੇਖਣ ਲਈ ਧੰਨਵਾਦ। ਸਬਸਕ੍ਰਾਈਬ ਕਰਨਾ ਨਾ